Good morning, students. So, our new topic है 2.1 The Will of the People. ਲੋਕਾਂ ਦੀ ਚਾਹਤ ਲੋਕ ਕੀ ਚਾਹੁੰਦੇ ਸੀ। ਇੱਕ ਕਮਿਊਨਿਸਟ ਮੈਂਬਰ ਸੋਮਨਾਥ ਲਹਿਰੀ saw the dark hand of British imperialism hanging over the deliberations of the Constitutional Assembly. He thus urged the member of the Indians in generally fully free themselves for the influence of the empire rule. In the winter of 1946-47, as the Assembly deliberated, the British were still in India. Administrator had Jawaharlal Nehru. ਕਮਿਊਨਿਸਟ ਮੈਂਬਰ ਸੋਮਨਾਥ ਲਹਿਰੀ ਜਿਨ੍ਹਾਂ ਦਾ ਮੰਨਣਾ ਸੀਗਾ ਕਿ ਕੌਂਸਟੀਟਿਊਸ਼ਨ ਜਿਹੜੀ ਅਸੈਂਬਲੀ ਆ ਇਹਦੇ ਵਿੱਚ ਇੰਪੀਰੀਅਲਿਜ਼ਮ ਦਾ ਬ੍ਰਿਟਿਸ਼ ਦਾ ਹਾਲੇ ਵੀ ਕਹਿ ਸਕਦੇ ਆ ਕਿ ਬੋਲਬਾਲਾ ਚੱਲ ਰਿਹਾ ਆ। ਕਹਿੰਦੇ ਕਿ ਜੋ ਵੀ ਅਸੈਂਬਲੀ ਆ ਕੌਂਸਟੀਟਿਊਸ਼ਨ ਅਸੈਂਬਲੀ ਹਾਲੇ ਵੀ ਜਿਹੜੇ ਬ੍ਰਿਟਿਸ਼ ਦੇ ਇਸ਼ਾਰਿਆਂ 'ਤੇ ਹੀ ਚੱਲ ਰਹੀ ਆ। ਉਹਨਾਂ ਦਾ ਮੰਨਣਾ ਸੀਗਾ ਕਿ ਕੌਂਸਟੀਟਿਊਸ਼ਨ ਜਿਹੜਾ ਬਣਾਇਆ ਜਾਵੇ ਬ੍ਰਿਟਿਸ਼ ਤੋਂ ਅਲੱਗ ਹੋ ਕੇ, ਜਿਸ ਦੇ ਵਿੱਚ ਬ੍ਰਿਟਿਸ਼ ਦਾ ਕੋਈ ਵੀ ਰੋਲ ਨਾ ਰਹੇ। ਲਹਿਰੀ ਦਾ ਮੰਨਣਾ ਸੀਗਾ ਕਿ ਕੌਂਸਟੀਟਿਊਸ਼ਨ ਬਣਨਾ ਸ਼ੁਰੂ ਕਦੋਂ ਹੋਇਆ 1946 ਦੇ ਵਿੱਚ। ਇਸ ਕਰਕੇ ਉਹਨਾਂ ਦਾ ਮੰਨਣਾ ਸੀਗਾ ਕਿ ਬ੍ਰਿਟਿਸ਼ ਹਾਲੇ ਵੀ ਜਿਹੜਾ ਇੰਡੀਆ ਦੇ ਵਿੱਚ ਹੀ ਆ ਔਰ ਇਹ ਚਾਹੁੰਦੇ ਸੀਗੇ ਕਿ ਕੌਂਸਟੀਟਿਊਸ਼ਨ ਅਸੈਂਬਲੀ ਜਿਹੜੀ ਆ ਉਹ ਬ੍ਰਿਟਿਸ਼ ਦੇ ਅਧਿਕਾਰ ਤੋਂ ਅਲੱਗ ਹੋ ਕੇ ਆਪਣਾ ਕੌਂਸਟੀਟਿਊਸ਼ਨ ਬਣਾਵੇ। ਔਰ ਜਿਸ ਦਾ ਐਡਮਿਨਿਸਟ੍ਰੇਟਰ ਹੈਡ ਸੀਗਾ ਉਹਨਾਂ ਦਾ ਕਹਿਣਾ ਸੀਗਾ ਕਿ ਬ੍ਰਿਟਿਸ਼ ਦੁਆਰਾ ਇਹ ਸਭ ਕੰਮ ਕਰਵਾਇਆ ਜਾ ਰਿਹਾ, ਪਰ ਸਿਰਫ ਇੱਕ ਹੈੱਡ ਬਣਾਇਆ ਗਿਆ ਉਹ ਜਵਾਹਰ ਲਾਲ ਨਹਿਰੂ ਨੂੰ। ਨਹਿਰੂ ਐਡਮਿਟਡ ਦਾ ਮੋਸਟ ਨੈਸ਼ਨਲ ਲੀਡਰ ਇਨ ਵਾਂਟਡ ਟੂ ਡਿਫਰੈਂਟ ਕਾਈਂਡ ਆਫ ਕੌਂਸਟੀਟਿਊਸ਼ਨ ਅਸੈਂਬਲੀ। ਠੀਕ ਹੈ ਜੀ। ਕਹਿੰਦੇ ਕਿ ਨੈਸ਼ਨਲ ਲੀਡਰ ਵੀ ਚਾਹੁੰਦੇ ਆ ਕਿ ਇੱਕ ਕੌਂਸਟੀਟਿਊਸ਼ਨ ਅਸੈਂਬਲੀ ਜਿਹੜੀ ਆ ਉਹ ਅਲੱਗ ਬਣਾਈ ਜਾਵੇ। ਗਵਰਨਮੈਂਟ ਡੂ ਨਾਟ ਕਮ ਇਨ ਟੂ ਦ ਬਿਗਿਨ ਬਾਈ ਦ ਸਟੇਟ ਪੇਪਰ। ਨਹਿਰੂ ਨੇ ਕੀ ਕਿਹਾ, ਕਿਹੜੀਆਂ ਸਤਰਾਂ ਕਹੀਆਂ ਕੌਂਸਟੀਟਿਊਸ਼ਨ ਅਸੈਂਬਲੀ ਦੇ ਵਿੱਚ। ਗਵਰਨਮੈਂਟ ਡਿਡ ਨਾਟ ਕਮ ਇਨ ਬਿਗੇਨ ਬਾਈ ਦ ਸਟੇਟ ਪੇਪਰਸ। ਗਵਰਨਮੈਂਟ ਆਰ ਇਨ ਫੈਕਟ ਦ ਐਕਸਪ੍ਰੈਸ਼ਨ ਆਫ ਦ ਵਿਲ ਆਫ ਦ ਪੀਪਲ। ਵੀ ਹੈਵ meet her today because to the strength of the people behind us, and we shall go as far as the people, not of any party or group but the people. ਨਹਿਰੂ ਦੇ ਅਨੁਸਾਰ ਕਹਿੰਦੇ ਕਿ ਜਿਹੜੀ ਸਰਕਾਰ ਆ, ਗਵਰਨਮੈਂਟ ਆ, ਉਹ ਇੱਕ ਪੇਪਰ ਦੇ ਉੱਪਰ ਨਹੀਂ ਬਣਦੀ। ਗਵਰਨਮੈਂਟ ਜਿਹੜੀ ਆ ਲੋਕਾਂ ਦੀ ਮਰਜ਼ੀ ਦੇ ਨਾਲ ਬਣਾਈ ਜਾਂਦੀ ਆ। ਔਰ ਉਹਨਾਂ ਦੇ ਅਨੁਸਾਰ ਜਿਹੜੇ ਉਹਨਾਂ ਨੇ ਕਿਹਾ ਕਿ ਜਿਹੜੇ ਲੋਕ ਆ ਸਾਨੂੰ ਜਿੱਥੇ ਤੱਕ ਲੈ ਕੇ ਜਾਣਗੇ ਅਸੀਂ ਉੱਥੇ ਤੱਕ ਹੀ ਜਾਵਾਂਗੇ। ਲੋਕ ਜੋ ਵੀ ਕਹਿਣਗੇ, ਉਹਨਾਂ ਦੇ ਕਹਿਣ ਦਾ ਅਨੁਸਾਰ ਹੈ ਕਿ ਲੋਕ ਜਿਵੇਂ ਵੀ ਕਹਿਣਗੇ ਉਸੇ ਤਰੀਕੇ ਦੇ ਨਾਲ ਹੀ ਕੰਮ ਕੀਤਾ ਜਾਵੇਗਾ। ਦ ਕੌਂਸਟੀਟਿਊਸ਼ਨ ਅਸੈਂਬਲੀ ਵਾਸ ਐਕਸਪੈਕਟਡ ਐਕਸਪ੍ਰੈਸ ਦ aspirations of those who had participated in the movement from independence. Democracy, equality and justice had become ultimately social struggle in India. Child marriage, widow remarriage, provisional government, peasant movement, adult populations. ਕੌਂਸਟੀਟਿਊਸ਼ਨ ਅਸੈਂਬਲੀ ਨੇ ਕਿਹਾ ਕਿ ਜਿਹੜੇ ਕੌਂਸਟੀਟਿਊਸ਼ਨ ਉਸ ਤਰੀਕੇ 'ਤੇ ਬਣਾਇਆ ਜਾਵੇਗਾ ਕਿ ਅਸੀਂ ਪਾਸਟ ਨੂੰ ਦੇਖ ਕੇ, ਆਪਣੇ ਪਿਛਲੀਆਂ ਚੀਜ਼ਾਂ ਮੂਵਮੈਂਟ ਨੂੰ ਦੇਖ ਕੇ ਜਿਹੜਾ ਕੌਂਸਟੀਟਿਊਸ਼ਨ ਜਿਹੜਾ ਬਣਾਇਆ ਜਾਵੇਗਾ। ਕਿਉਂਕਿ ਜੋ ਵੀ ਮੂਵਮੈਂਟ ਚੱਲੀਆਂ ਸੀਗੀਆਂ ਇੰਡੀਆ ਦੇ ਵਿੱਚ ਇੰਡੀਪੈਂਡੈਂਸ ਤੋਂ ਪਹਿਲਾਂ ਜਿਹੜੀ ਵੀ ਮੂਵਮੈਂਟ ਚੱਲੀ ਸੀਗੀ ਉਹ ਇਕੁਐਲਿਟੀ ਦੇ ਲਈ ਲੜੇ ਸੀਗੇ, ਆਪਣਾ ਅਧਿਕਾਰ ਦੇ ਲਈ ਲੜੇ ਸੀਗੇ। ਪੀਸੈਂਟ ਨੇ ਵਿਦਰੋਹ ਕੀਤਾ ਸੀਗਾ ਆਪਣਾ ਅਧਿਕਾਰ ਲੈਣ ਦੇ ਲਈ। ਇਸ ਚੀਜ਼ਾਂ ਨੂੰ, ਸਾਰੇ ਚੀਜ਼ਾਂ ਨੂੰ ਨਜ਼ਰੀਏ ਦੇ ਵਿੱਚ ਰੱਖ ਕੇ, ਇਸ ਚੀਜ਼ਾਂ ਨੂੰ ਮੁੱਖ ਰੱਖ ਕੇ ਕੌਂਸਟੀਟਿਊਸ਼ਨ ਜਿਹੜਾ ਬਣਾਇਆ ਜਾਵੇਗਾ। ਔਰ ਇਹ ਸੋਸ਼ਲ ਮੂਵਮੈਂਟ ਵੀ ਜਿਹੜੇ ਇਹਨਾਂ ਨੇ ਸ਼ਾਮਿਲ ਕੀਤੇ ਸੀਗੇ। ਚਾਈਲਡ ਮੈਰਿਜ ਹੋ ਗਿਆ, ਵਿਡੋ ਰੀਮੈਰਿਜ ਹੋ ਗਿਆ, ਪ੍ਰੋਵੀਜ਼ਨ ਗਵਰਨਮੈਂਟ, ਸਟੇਟ ਗਵਰਨਮੈਂਟ ਨੂੰ ਕਿੰਨੇ ਕੁ ਅਧਿਕਾਰ ਚਾਹੀਦੇ ਆ, ਕਿਉਂਕਿ ਪ੍ਰੋਵੀਜ਼ਨ 1935 ਦੇ ਵਿੱਚ ਜਦੋਂ ਹੋਇਆ ਸੀਗਾ ਅਤੇ ਉਹਨਾਂ ਮੂਵਮੈਂਟ ਹੋਈ ਸੀਗੀ ਅਤੇ ਮੂਵਮੈਂਟ ਦੇ ਵਿੱਚ ਕੀ ਸੀਗਾ ਕਿ ਪ੍ਰੋਵੀਜ਼ਨ ਨੂੰ ਵੀ ਜਿਹੜਾ ਅਲੱਗ ਇਲੈਕਸ਼ਨ ਲੜਨ ਦੀ ਜਿਹੜੀ ਮਨਜ਼ੂਰੀ ਮਿਲਣੀ ਚਾਹੀਦੀ ਹੈ। ਔਰ ਇਸ ਚੀਜ਼ਾਂ ਨੂੰ ਸਭ ਚੀਜ਼ਾਂ ਨਜ਼ਰਅੰਦਾਜ਼ ਨਹੀਂ ਕਰ ਸਕਦੇ ਸੀਗੇ ਕੌਂਸਟੀਟਿਊਸ਼ਨ ਦੇ ਵਿੱਚ। ਥਰਡ ਪਾਰਟ ਆ ਡਿਫਾਈਨਿੰਗ ਰਾਈਟਸ, ਮਾਈਨੋਰਿਟੀ ਰਾਈਟਸ, ਡਿਫਰੈਂਟ ਕਮਿਊਨਿਟੀ। ਹੁਣ ਦੂਸਰੀ ਜਿਹੜੀ ਇੱਕ ਪ੍ਰੋਬਲਮ ਸੀਗੀ
ਕਿ ਰਾਈਟਸ ਜੋ ਆਪਾਂ ਕਨਸਟੀਟਿਊਸ਼ਨ ਦੇ ਵਿੱਚ ਪੜ੍ਹਦੇ ਆ, ਫੰਡਾਮੈਂਟਲ ਰਾਈਟਸ ਪੜ੍ਹਦੇ ਆ, ਫੰਡਾਮੈਂਟਲ ਡਿਊਟੀਜ਼ ਪੜ੍ਹਦੇ ਆ, ਔਰ ਜੋ ਫੰਡਾਮੈਂਟਲ ਰਾਈਟਸ ਸੀਗੇ, ਜਿਹੜੇ ਆਪਣੇ ਰਾਈਟ ਸੀਗੇ, ਇਹਨਾਂ ਨੂੰ ਵੀ ਜਿਹੜਾ ਕਨਸਟੀਟਿਊਸ਼ਨ ਦੇ ਵਿੱਚ ਸ਼ਾਮਿਲ ਕੀਤਾ ਗਿਆ ਹੈ। ਪਰ ਉਸ ਸਮੇਂ ਇੱਕ ਪ੍ਰੋਬਲਮ ਸੀਗੀ, ਕਨਸਟੀਟਿਊਸ਼ਨ ਅਸੈਂਬਲੀ ਦੇ ਮੈਂਬਰਾਂ ਦਾ ਮੰਨਣਾ ਸੀਗਾ ਕਿ ਰਾਈਟਸ ਜ਼ਿਆਦਾ ਕਿਹਨੂੰ ਦਿੱਤੇ ਜਾਣ, ਮਿਨੋਰਟੀ ਨੂੰ ਜਾਂ ਵੱਖਰੇ ਜਿਹੜੀਆਂ ਡਿਫਰੈਂਟ ਜਿਹੜੀਆਂ ਕਮਿਊਨਿਟੀਆਂ ਆ ਉਹਨਾਂ ਨੂੰ ਰਾਈਟਸ ਤੇ ਮਿਲਣੇ ਚਾਹੀਦੇ ਆ। ਇਸ ਦੇ ਉੱਪਰ ਜਿਹੜੀ ਕਾਫੀ ਡਿਬੇਟ ਹੋਈ ਸੀਗੀ। ਨੈਕਸਟ ਆ 3.1 ਦਾ ਪ੍ਰੋਬਲਮ ਵਿਦ ਸੈਪਰੇਟ ਇਲੈਕਟੋਰੇਟਸ। On 27 August 1947, B. Pokar Bahadur from Madras made powerful plea in the constitution continuing separate electorate। 27 ਅਗਸਤ 1947 ਦੇ ਵਿੱਚ ਬੀ ਪੋਕਰ ਬਹਾਦਰ ਨੇ, ਜੋ ਕਿ ਮਦਰਾਸ ਦੇ ਸੀਗੇ, ਉਹਨਾਂ ਨੇ ਪਾਵਰਫੁਲ ਭਾਸ਼ਣ ਦਿੱਤਾ ਸੈਪਰੇਟ ਇਲੈਕਟੋਰੇਟ, ਵੱਖਰੀ ਚੋਣ ਪ੍ਰਣਾਲੀ ਦੇ ਲਈ ਜਾਂ ਵੱਖਰੀ ਇਲੈਕਸ਼ਨ ਕਰਾਉਣ ਦੇ ਲਈ। Minority excite in all land. Agreed Bahadur they could not be shut away. They could not be raised out of extension. The need was the created political framework in where minority could live in harmony with other। ਪਰ ਇੱਥੇ ਇੱਕ ਪ੍ਰੋਬਲਮ ਇਹ ਸੀ ਕਿ ਹਰ ਇੱਕ ਸਟੇਟ ਦੇ ਵਿੱਚ ਜੇ ਘੱਟ ਗਿਣਤੀ ਨੂੰ ਇਲੈਕਸ਼ਨ ਲੜਨ ਦਾ ਮੌਕਾ ਵੀ ਮਿਲ ਜਾਂਦਾ, ਅਤੇ ਪ੍ਰੋਬਲਮ ਇਹ ਸੀ ਕਿ ਹਰ ਇੱਕ ਸੂਬੇ ਦੇ ਵਿੱਚ, ਹਰ ਇੱਕ ਸਟੇਟ ਦੇ ਵਿੱਚ ਜਿਹੜੀ ਮਿਨੋਰਟੀ ਦੇ ਲੋਕ ਰਹਿੰਦੇ ਸੀਗੇ। ਇਸ ਦੇ ਨਾਲ ਕਿਹੜਾ ਕਹਿ ਸਕਦੇ ਹਾਂ ਕਿ ਕਾਫੀ ਨੁਕਸਾਨ ਜਿਹੜਾ ਹੋ ਸਕਦਾ ਸੀਗਾ।